ਹੈਲੋ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਅਤੇ ਸਿਹਤਮੰਦ ਹੋਵੋਗੇ ਅਤੇ ਤੁਹਾਡੀ ਪੜ੍ਹਾਈ ਵੀ ਵਧੀਆ ਤਰੀਕੇ ਨਾਲ ਹੀ ਚੱਲ ਰਹੀ ਹੋਵੇਗੀ। ਹਮੇਸ਼ਾ ਦੀ ਤਰ੍ਹਾਂ ਮੈਂ ਇਸ ਵਾਰ ਵੀ ਅੱਜ ਤੁਹਾਡੇ ਲਈ ਇੱਕ ਨਵੇਂ ਟੌਪਿਕ 'ਤੇ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ, ਜਿਸ ਦਾ ਨਾਮ ਹੈ ਸਿਕਿਉਰਿਟੀ ਇਨ ਇੰਡਸਟਰੀਅਲ ਐਂਡ ਕਮਰਸ਼ੀਅਲ ਡਿਪਲੋਇਮੈਂਟ, ਮਤਲਬ ਕਿ ਉਦਯੋਗਿਕ ਅਤੇ ਵਪਾਰਿਕ ਤੈਨਾਤੀ ਵਿੱਚ ਸੁਰੱਖਿਆ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਜਾਣ ਪਛਾਣ। ਇਹ ਟੌਪਿਕ ਤੁਹਾਡੀ ਨਿੱਜੀ ਸੁਰੱਖਿਆ ਦੀ 10ਵੀਂ ਜਮਾਤ ਦੇ ਯੂਨਿਟ ਨੰਬਰ 4 ਦੇ ਸੈਸ਼ਨ ਨੰਬਰ 1 ਵਿੱਚੋਂ ਲਿਆ ਗਿਆ ਹੈ, ਜਿਸ ਵਿੱਚ ਆਪਾਂ ਉਦਯੋਗਿਕ ਖੇਤਰ ਵਿੱਚ ਸੁਰੱਖਿਆ ਦੀ ਤੈਨਾਤੀ ਬਾਰੇ ਜਾਣਕਾਰੀ ਹਾਸਲ ਕਰਾਂਗੇ। ਚਲੋ ਬੱਚੋ, ਅਸੀਂ ਅੱਗੇ ਵਧਦੇ ਹਾਂ। ਬੱਚੋ, ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਵਿਸ਼ਵ ਵਿਆਪੀ ਤੌਰ 'ਤੇ ਅਰਬਾਂ ਡਾਲਰਾਂ ਦੀ ਸੁਰੱਖਿਆ ਪ੍ਰਣਾਲੀ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਖਾਸ ਕਰਕੇ ਉਦਯੋਗਿਕ ਅਤੇ ਵਪਾਰੀ ਖੇਤਰ ਵਿੱਚ। ਕਿਸੇ ਸੰਸਥਾ ਦੀ ਜਾਇਦਾਦ ਜੋ ਕਿ ਸਿਸਟਮ ਦੀ ਗੁਣਵੱਤਾ ਹੈ, ਇਹਨਾਂ ਉਦਯੋਗਾਂ ਅਤੇ ਵਪਾਰਾਂ ਵਿੱਚ ਵਿਸ਼ਾਲ ਨਿਵੇਸ਼ ਹੋਣ ਕਾਰਨ ਇਹਨਾਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਕਰਨ ਦੀ ਇੱਕ ਜ਼ਰੂਰਤ ਮਹਿਸੂਸ ਹੁੰਦੀ ਹੈ, ਅਤੇ ਇਹਨਾਂ ਦੀ ਸੁਰੱਖਿਆ ਵਿੱਚ ਜੋ ਅਸੀਂ ਕਦਮ ਚੁੱਕਦੇ ਹਾਂ, ਲੈਂਦੇ ਹਾਂ, ਅੱਜ ਉਹਨਾਂ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ। ਉਦਯੋਗ ਅਤੇ ਵਪਾਰਿਕ ਖੇਤਰ ਦੇ ਵਿੱਚ ਜਿਹੜੇ ਉਠਾਏ ਜਾਣ ਵਾਲੇ ਕਦਮ, ਇਹਨਾਂ ਨੂੰ ਅਸੀਂ 5 ਭਾਗਾਂ ਦੇ ਵਿੱਚ ਅੱਜ ਕਵਰ ਕਰਾਂਗੇ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਹੈਗਾ ਸਰੀਰਕ ਸੁਰੱਖਿਆ ਦੇ ਉਪਾਅ, ਫਿਰ ਦੂਜੇ ਨੰਬਰ 'ਤੇ ਸਮੱਗਰੀ ਗੇਟ ਅਤੇ ਵਾਹਨ ਸਟਿੱਕਰ, ਸੰਗਠਨ ਦੀਆਂ ਕੁੰਜੀਆਂ, ਐਮਰਜੈਂਸੀ ਪ੍ਰਤੀਕਿਰਿਆ ਦੀ ਯੋਜਨਾ ਅਤੇ ਸਮੱਗਰੀ ਸੁਰੱਖਿਆ। ਅਤੇ ਚਲੋ, ਸਭ ਤੋਂ ਪਹਿਲਾਂ ਅਸੀਂ ਵੱਧਦੇ ਹਾਂ ਆਪਣੇ ਪਹਿਲੇ ਟੌਪਿਕ ਦੇ ਪਾਠ ਦੇ ਉੱਤੇ, ਸਰੀਰਕ ਸੁਰੱਖਿਆ ਦੇ ਉਪਾਅ। ਅਤੇ ਸਰੀਰਕ ਜਿਹੜੇ ਸੁਰੱਖਿਆ ਦੇ ਉਪਾਅ ਦੇ ਵਿੱਚ ਸਰੀਰਕ ਸੁਰੱਖਿਆ ਪ੍ਰਬੰਧਨ ਪ੍ਰਣਾਲੀ ਹੈ। ਸਰੀਰਕ ਸੁਰੱਖਿਆ ਵਿੱਚ ਕਈ ਤਰੀਕੇ ਦੇ ਯੰਤਰ ਸ਼ਾਮਿਲ ਹੁੰਦੇ ਹਨ, ਜੋ ਕਿ ਚੋਰੀ, ਜਾਸੂਸੀ, ਤੋੜ ਫੋੜ ਜਾਂ ਕਿਸੇ ਉਦਯੋਗਿਕ ਸਥਾਪਨਾ 'ਤੇ ਕੀਤੇ ਜਾਣ ਬੁੱਝ ਕੇ ਨੁਕਸਾਨਾਂ ਨੂੰ ਰੋਕਣ ਲਈ ਤਿਆਰ ਕੀਤੇ ਗਏ ਹਨ। ਸਰੀਰਕ ਸੁਰੱਖਿਆ ਦੇ ਵੱਖੋ ਵੱਖਰੇ ਪਹਿਲੂ ਹੁੰਦੇ ਹਨ, ਜੋ ਕਿ ਸੰਗਠਨ ਦੀ ਸੁਰੱਖਿਆ ਨੀਤੀ ਵਿੱਚ ਅਧਿਐਨ ਕੀਤੇ ਜਾਂਦੇ ਹਨ, ਤਾਂ ਕਿ ਸੰਗਠਨ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਇਹਨਾਂ ਦੇ ਵਿੱਚ ਸ਼ਾਮਿਲ ਹੋਣ ਵਾਲੇ ਜਿਹੜੇ ਮੁੱਖ ਭਾਗ ਹਨ, ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਘੇਰੇ ਅਤੇ ਬਾੜ। ਜੇ ਗੱਲ ਅਸੀਂ ਘੇਰੇ ਦੀ ਕਰੀਏ, ਪਹਿਲਾਂ ਆਉਂਦਾ ਘੇਰੇ ਅਤੇ ਬਾੜ। ਘੇਰੇ ਦੀ ਗੱਲ ਕਰੀਏ ਤਾਂ ਘੇਰੇ ਜਿਹੜੀ ਸੁਰੱਖਿਆ ਹੈ, ਇਹ ਘੇਰੇ ਦੀ ਸੁਰੱਖਿਆ ਪ੍ਰਣਾਲੀ ਜਿਹੜੀ ਵਿਹੜੇ ਦੀ ਪਹਿਲੀ ਪ੍ਰਭਾਵਿਤ ਸੀਮਾ ਘੇਰੇ ਦੀ ਕੰਧ ਹੁੰਦੀ ਹੈ, ਜਿੱਦਾਂ ਕਿ ਅਸੀਂ ਚਾਰ ਦੀਵਾਰੀ ਕਹਿ ਲਈਏ। ਇਹ ਨਾ ਸਿਰਫ ਸੰਗਠਨ ਦੀ ਸੀਮਾ ਨੂੰ ਪ੍ਰਭਾਵਿਤ ਕਰਦਾ ਹੈ, ਬਲਕਿ ਕਿਸੇ ਵੀ ਸੰਗਠਨ ਨੂੰ ਕਿਸੇ ਵੀ ਅਣਅਧਿਕਾਰਿਤ ਘੁਸਪੈਠ ਤੋਂ ਬਚਾਉਣ ਦੀ ਪਹਿਲੀ ਜਿਹੜੀ ਲਾਈਨ ਹੈ, ਉਸ ਦਾ ਕੰਮ ਕਰਦਾ ਹੈ। ਇਸ ਲਈ ਮਹੱਤਵਪੂਰਨ ਹੈ ਕਿ ਚੰਗੀ ਤਰ੍ਹਾਂ ਨਾਲ ਇਹ ਤਿਆਰ ਕੀਤੀ ਹੋਣੀ ਚਾਹੀਦੀ ਹੈ ਸੀਮਾ ਜਿਹੜੀ ਹੈ, ਜਾਂ ਜੋ ਕਿ ਅਣਅਧਿਕਾਰਿਤ ਘੁਸਪੈਠ ਦੇ ਕਿਸੇ ਵੀ ਸੰਭਾਵਨਾ ਖਤਰੇ ਨੂੰ ਦੂਰ ਕਰ ਸਕੇ। ਮਨੁੱਖ ਦੁਆਰਾ ਜਿਹੜੀ ਬਣਾਈ ਗਈ ਹੈਗੀ ਆ, ਉਹਨੂੰ ਕਹਿੰਦੇ ਪੈਰੀਮੀਟਰ ਵਾਲ ਜਾਂ ਕੰਡਿਆਲੀ ਤਾਰ। ਮਨੁੱਖ ਨੂੰ ਪਹਿਲੀ ਪਰੇਸ਼ਾਨੀ ਵਿੱਚ ਆਉਣ ਵਾਲੀ ਰੁਕਾਵਟ ਹੈ। ਇਹ ਨਾ ਸਿਰਫ ਸ਼ਰਾਰਤੀ ਤੱਤਾਂ ਨੂੰ ਕੰਪਲੈਕਸ ਵਿੱਚ ਜਾਣ ਤੋਂ ਰੋਕਦਾ ਹੈ, ਬਲਕਿ ਸਮੱਗਰੀ ਚੋਰੀ, ਮੋਰਚਾਬੰਦੀ ਅਤੇ ਅਣਅਧਿਕਾਰਿਤ ਸਮੱਗਰੀ ਨੂੰ ਹਟਾਉਣ ਤੋਂ ਵੀ ਰੋਕਦਾ ਹੈ। ਘੇਰੇ ਦੀ ਜਿਹੜੀ ਕੰਧ ਆ, ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਇਹ ਇੱਕ ਮਜ਼ਬੂਤ ਸੁਰੱਖਿਆ ਲਈ ਆਦਰਸ਼ ਪ੍ਰਬੰਧ ਅਤੇ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਹੋਣ ਵਾਲੀ ਕੰਧ ਹੋਣੀ ਚਾਹੀਦੀ ਹੈ। ਇਹ ਕੰਕਰੀਟ ਦੀ ਉਸਾਰੀ ਤੋਂ ਬਣੀ ਹੋਣੀ ਚਾਹੀਦੀ ਹੈ। ਇਹਦੀ ਘੱਟੋ ਘੱਟ ਹਾਈਟ 8 ਫੁੱਟ ਹੋਣੀ ਚਾਹੀਦੀ ਜ਼ਮੀਨ ਤੋਂ, ਅਤੇ ਉਹਦੇ ਉੱਤੇ ਵਾਈ ਸ਼ੇਪ ਦੇ ਐਂਗਲ ਲੱਗੇ ਹੋਣੇ ਚਾਹੀਦੇ ਆ। ਉਹਦੇ ਉੱਤੇ ਕੰਡਿਆਲੀ ਤਾਰ ਹੋਣੀ ਚਾਹੀਦੀ ਹੈ, ਜਿਹਦੀ ਹਾਈਟ 2 ਤੋਂ 4 ਫੁੱਟ। ਕੁੱਲ ਮਿਲਾ ਕੇ ਇਸ ਵਾਲ ਦੀ ਜਿਹੜੀ ਹਾਈਟ ਹੈ, ਜਿਹੜੀ ਪੂਰੀ ਪ੍ਰਭਾਵੀ ਉਚਾਈ ਹੈ, 12 ਫੁੱਟ ਤੱਕ ਹੋਣੀ ਚਾਹੀਦੀ ਹੈ, ਤਾਂ ਹੀ ਇਹ ਕਾਰਗਰ ਹੋ ਸਕਦੀ ਹੈ। ਉਸ ਤੋਂ ਬਾਅਦ ਵਿੱਚ ਗੱਲ ਕਰੀਏ ਬਾੜ ਦੀ। ਕਈ ਉਦਯੋਗ ਜਿਹੜੇ ਬਹੁਤ ਵੱਡੇ ਹੁੰਦੇ ਹਨ, ਅਤੇ ਇਹਨਾਂ ਵਿੱਚ ਕੀ ਆ ਕਿ ਜਿਹੜੀ ਉਹਨਾਂ ਦੀ ਸੀਮਾ ਜ਼ਿਆਦਾ ਦੀ ਲੰਬਾਈ ਬਹੁਤ ਵੱਡੀ ਹੁੰਦੀ ਹੈ, ਉਹਨਾਂ ਵਿੱਚ ਪੂਰੀ ਬਾੜ ਜਾਂ ਕਹਿੰਦੇ ਘੇਰੇ ਦੀ ਸੁਰੱਖਿਆ ਜਿਹੜੀ ਆ ਨਹੀਂ ਕਰ ਸਕਦੇ, ਉੱਥੇ ਬਾੜ ਲਗਾਈ ਜਾਂਦੀ ਹੈ। ਇਹ ਬਾੜ ਹੈ, ਇਹ ਕਈ ਕਿਸਮ ਨਾਲ ਲਗਾਈ ਜਾਂਦੀ ਹੈ। ਇਹਦੇ ਵਿੱਚ ਕੰਡਿਆਲੀ ਤਾਰ ਦੀ ਬਾੜ ਵੀ ਹੋ ਸਕਦੀ ਹੈ, ਕੰਸਟਰੀਨਾ ਕੋਇਲ ਜਿਹੜੀ ਫੈਂਸਿੰਗ ਉਹ ਵੀ ਹੋ ਸਕਦੀ ਹੈ, ਚੈਨ ਲਿੰਕ ਬਾੜ, ਮਤਲਬ
ਜਿਹੜੀ ਵੀ ਤਾਰਾਂ ਦੇ ਨਾਲ ਵਾੜ ਲਗਾਈ ਜਾਂਦੀ ਹੈ ਉਹਨੂੰ ਅਸੀਂ ਵਾੜ ਦੇ ਨਾਮ ਨਾਲ ਜਾਣਦੇ ਹਾਂ, ਤਾਂ ਕਿ ਜਿਹੜੇ ਸਾਡੇ ਕੰਪਨੀ ਦੇ ਜਾਂ ਉਦਯੋਗ ਦੇ ਲੰਬੇ ਚੌੜੇ ਏਰੀਏ ਦੀ ਘੇਰੇ ਨੂੰ ਕਵਰ ਕਰਕੇ ਬਾਹਰੋਂ ਕਿਸੇ ਵੀ ਅਣਅਧਿਕਾਰਿਤ ਵਿਅਕਤੀ ਦੇ ਦਾਖਲੇ ਨੂੰ ਰੋਕ ਸਕੇ। ਇਸ ਤੋਂ ਗੱਲ ਕਰੀਏ ਅਸੀਂ ਅੱਗੇ ਗੇਟ ਦੀ, ਤਾਂ ਗੇਟ ਜਿਹੜਾ ਹੈ ਵਿਅਕਤੀਆਂ ਦੇ, ਪਦਾਰਥਾਂ ਅਤੇ ਗੱਡੀਆਂ ਦੇ ਦਾਖਲੇ ਦਾ ਇੱਕ ਨਿਕਾਸ ਜਿਹੜਾ ਬਿੰਦੂ ਹੁੰਦਾ ਹੈ। ਗੇਟ ਉੱਪਰ ਸੁਰੱਖਿਆ ਦਾ ਅਹਿਮ ਰੋਲ ਹੁੰਦਾ ਹੈ। ਹਰੇਕ ਸੁਰੱਖਿਆ ਕਰਮਚਾਰੀ ਵਿਅਕਤੀ, ਪਦਾਰਥ, ਗੱਡੀਆਂ ਨੂੰ ਧਿਆਨ ਨਾਲ ਚੈੱਕ ਕਰਕੇ ਗੇਟ ਦੇ ਅੰਦਰ ਬਾਹਰ ਭੇਜਦਾ ਹੈ, ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਤਾਂ ਗੇਟ ਦੇ ਜਿਹੜੇ ਮੁੱਖ ਉਦੇਸ਼ ਉਹ ਕੀ ਹੁੰਦੇ ਆ? ਕਿਸੇ ਵੀ ਅਣਅਧਿਕਾਰਿਤ ਵਿਅਕਤੀ ਦੇ ਦਾਖਲੇ ਨੂੰ ਰੋਕਣਾ, ਜਾਂ ਕਿਸੇ ਅਣਅਧਿਕਾਰਿਤ ਗੱਡੀ ਉਹਦੇ ਦਾਖਲੇ ਨੂੰ ਰੋਕਣਾ, ਜੁਰਮ ਦਾ ਪਤਾ ਲਗਾਉਣਾ, ਇਕੱਠੀ ਹੋਈ ਭੀੜ ਜਾਂ ਜਿਹੜਾ ਹੜਤਾਲ ਆ ਉਹਨੂੰ ਰੋਕਣਾ। ਗੇਟ ਦੀ ਬਣਾਵਟ ਕਿੱਦਾਂ ਹੋਣੀ ਚਾਹੀਦੀ ਆ? ਜਿੱਦਾਂ ਹੁਣ ਇੱਕ ਕੰਪਨੀ ਦਾ ਗੇਟ ਆ ਉਹ ਵਧੀਆ ਤਰੀਕੇ ਨਾਲ ਸੁੰਦਰ ਤਜਵੀਜ਼ ਦਾ ਹੋਣਾ ਚਾਹੀਦਾ। ਗੇਟ ਦੇ ਮੂਹਰੇ ਪਾਰਕਿੰਗ ਵਾਸਤੇ ਜਗ੍ਹਾ ਹੋਣੀ ਚਾਹੀਦੀ ਹੈ। ਇੱਕ ਰੋਡ ਦੇ ਉੱਤੇ ਬੈਰੀਅਰ ਹੋਣਾ ਚਾਹੀਦਾ ਹੈ। ਸੈਲਾਨੀਆਂ ਵਾਸਤੇ ਕਮਰਾ ਹੋਣਾ ਚਾਹੀਦਾ, ਕੰਟਰੋਲ ਰੂਮ ਹੋਣਾ ਚਾਹੀਦਾ, ਉੱਥੇ ਰੋਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਅਤੇ ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਹੋਏ CCTV ਕੈਮਰਿਆਂ ਦੇ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਗੱਲ ਕਰੀਏ ਨਿਗਰਾਨੀ ਟਾਵਰ ਦੀ। ਨਿਗਰਾਨੀ ਟਾਵਰ ਉਹ ਹੁੰਦੇ ਹਨ ਜੋ ਕਿ ਕਿਸੇ ਵੀ ਸੰਸਥਾ ਦੇ ਫੈਂਸਿੰਗ ਜਾਂ ਵਾਲ ਦੇ ਨਾਲ, ਜਾਂ ਜਿੱਥੇ ਵੱਡਾ ਇਲਾਕੇ ਦੇ ਵਿੱਚ ਜਿੱਥੇ ਨਜ਼ਰ ਰੱਖਣ ਵਾਸਤੇ ਵੱਡੇ ਵੱਡੇ ਟਾਵਰ ਬਣਾਏ ਜਾਂਦੇ। ਇਹਨਾਂ ਦੀ ਜਿਹੜੀ ਲੈਂਥ ਹੁੰਦੀ ਹੈ, ਲੰਬਾਈ ਹੁੰਦੀ ਹੈ, ਉਚਾਈ ਮੰਨ ਲਓ, ਜਾਂ ਲੰਬਾਈ ਨਹੀਂ ਕਹਿ ਸਕਦੇ, ਉਚਾਈ ਕਹਿ ਸਕਦੇ ਹਾਂ, 5 ਤੋਂ 10 ਮੀਟਰ ਤੱਕ ਹੋ ਸਕਦੀ ਹੈ। ਅਤੇ ਇਹਨਾਂ ਦੇ ਜਿਹੜੇ ਉੱਪਰ ਕੈਬਨ ਹੁੰਦਾ ਉਹ ਵਿੱਚ ਸ਼ੀਸ਼ੇ ਲੱਗੇ ਜਾਂ ਫਿਰ ਗਿੱਲਾਂ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਸੁਰੱਖਿਆ ਕਰਮੀ ਆਰ ਪਾਰ ਫੈਂਸਿੰਗ ਦੇ ਜਾਂ ਫਿਰ ਦੀਵਾਰ ਦੇ ਆਰ ਜਾਂ ਪਾਰ ਦੂਰ ਤੱਕ ਦੇਖ ਸਕੇ। ਉੱਥੇ ਸਮਾਨ ਦੇ ਤੌਰ 'ਤੇ ਘੁੰਮਣ ਵਾਲੀ ਲਾਈਟ ਹੋਣੀ ਚਾਹੀਦੀ ਹੈ, ਸਰਚ ਲਾਈਟ ਹੋਣੀ ਚਾਹੀਦੀ ਹੈ, ਵਾਕੀ ਟਾਕੀ ਹੋਣਾ ਚਾਹੀਦਾ ਆ, ਅਤੇ ਜ਼ਰੂਰਤ ਪੈਣ 'ਤੇ ਕੋਈ ਐਮਰਜੈਂਸੀ ਹੋਣ 'ਤੇ ਬੰਦਾ ਆਪਣੇ ਕੰਟਰੋਲ ਰੂਮ ਨਾਲ ਕੰਟੈਕਟ ਕਰ ਸਕੇ। ਅਤੇ ਦੂਰਬੀਨ ਵੀ ਰੱਖ ਸਕਦੇ ਹਾਂ, ਅਤੇ ਜਿਹਦੇ ਨਾਲ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਆਪਣੇ ਸੰਸਥਾ ਨੂੰ ਬਚਾ ਸਕੀਏ। ਅੱਗੇ ਗੱਲ ਕਰੀਏ ਗਸ਼ਤ ਜਾਂ ਪੈਟਰੋਲਿੰਗ ਦੀ। ਗਸ਼ਤ ਜਾਂ ਪੈਟਰੋਲਿੰਗ ਉੱਥੇ ਕੀਤੀ ਜਾਂਦੀ ਜਿੱਥੇ ਕਿ ਅਸੀਂ ਸੁਰੱਖਿਆ ਕਰਮਚਾਰੀ ਤੈਨਾਤ ਕਰਨ, ਜਿੱਥੇ ਸੁਰੱਖਿਆ ਕਰਮਚਾਰੀ ਨੂੰ ਤੈਨਾਤ ਕਰਨ ਵਿੱਚ ਜਾਂ ਤਾਂ ਮਨਾਹੀ ਹੋਵੇ ਜਾਂ ਫਿਰ ਅਸੀਂ ਸક્ષਮ ਨਾ ਹੋ ਸਕੀਏ, ਅਤੇ ਜਿੱਥੇ ਕਿ ਬਾਹਰੋਂ ਕੋਈ ਵੀ ਗੈਰ ਸਮਾਜਿਕ ਤੱਤਾਂ ਵੱਲੋਂ ਵਾਰਦਾਤ ਕਰਨ ਦਾ ਖਤਰਾ ਹੋਵੇ, ਉੱਥੇ ਪੈਟਰੋਲਿੰਗ ਕੀਤੀ ਜਾਂਦੀ ਹੈ। ਖਰਾਬ ਮੌਸਮ ਦੇ ਹਾਲਤ ਵਿੱਚ ਇੱਕ ਪੋਸਟ ਦੂਜੇ ਪੋਸਟ ਦੇ ਵਿੱਚ ਸੰਪਰਕ ਬਣਾਉਣ ਵਿੱਚ ਵੀ ਇਹਦੀ ਮਦਦ ਕੀਤੀ ਇਹਦੀ ਗਸ਼ਤ ਕੀਤੀ ਜਾਂਦੀ ਹੈ। ਗੈਰ ਸਮਾਜਿਕ ਤੱਤਾਂ ਦਾ ਡਰ ਪੈਦਾ ਕਰਨ ਵਾਸਤੇ ਵੀ ਗਸ਼ਤ ਜਾਂ ਪੈਟਰੋਲਿੰਗ ਕੀਤੀ ਜਾਂਦੀ ਹੈ। ਜਾਂ ਫਿਰ ਕਈ ਵਾਰੀ ਹੰਗਾਮੀ ਹਾਲਾਤ ਜਿਹੜੇ ਹੋ ਜਾਂਦੇ ਨੇ, ਉਸ ਟਾਈਮ ਵੀ ਜਿਹੜੀ ਗਸ਼ਤ ਪਾਰਟੀ ਸਾਡੀ ਹੁੰਦੀ ਹੈ, ਸਭ ਤੋਂ ਪਹਿਲਾਂ ਐਕਸ਼ਨ ਵਿੱਚ ਆ ਸਕਦੀ ਹੈ, ਲੈ ਸਕਦੀ ਹੈ, ਐਕਸ਼ਨ ਲੈ ਸਕਦੀ, ਜਿਹਦੇ ਨਾਲ ਕਿ ਘੱਟ ਤੋਂ ਘੱਟ ਨੁਕਸਾਨ ਹੋ ਸਕੇ ਅਤੇ ਅਸੀਂ ਆਪਣੇ ਸੰਸਥਾ ਦੇ ਜਿਹੜੇ ਨੁਕਸਾਨ ਨੂੰ ਬਚਾ ਸਕੀਏ। ਅੱਗੇ ਗੱਲ ਕਰੀਏ ਤਾਂ ਸੁਰੱਖਿਆ ਲਾਈਟਿੰਗ ਦੀ। ਸੁਰੱਖਿਆ ਲਾਈਟਾਂ ਦੀ ਗੱਲ ਉਹੀ ਗੱਲ ਆ ਕਿ ਜਿਹੜੀਆਂ ਵੀ ਵਾੜ ਆ ਜਾਂ ਜੋ ਫੈਂਸਿੰਗ ਆ ਉਹਦੇ ਚਾਰੋਂ ਪਾਸੇ ਸੁਰੱਖਿਆ ਦੀਆਂ ਲਾਈਟਾਂ, ਜਾਂ ਸੰਸਥਾ ਦੇ ਅੰਦਰ ਜਗ੍ਹਾ ਜਗ੍ਹਾ 'ਤੇ ਸੁਰੱਖਿਆ ਲਾਈਟਾਂ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਕੋਈ ਵੀ ਚੀਜ਼ ਹੈ ਉਹ ਵਿਜ਼ੀਬਲ ਹੋ ਸਕੇ। ਜੇ ਨਾ ਕੋਈ ਵੀ ਅਣਅਧਿਕਾਰਿਤ ਤੱਤਵ ਜਾਂ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਉਦਯੋਗਿਕ ਏਰੀਏ ਦੇ ਵਿੱਚ ਨਾ ਆ ਸਕੇ, ਜਿਹਦੇ ਨਾਲ ਕਿ ਸਾਡੀ ਸੰਪੱਤੀ ਨੂੰ ਨੁਕਸਾਨ ਹੋ ਸਕੇ। ਉਸ ਤੋਂ ਗੱਲ ਅੱਗੇ ਹੈਗੀ ਨਿਗਰਾਨੀ ਪ੍ਰਣਾਲੀ। ਨਿਗਰਾਨੀ ਪ੍ਰਣਾਲੀ ਸੁਰੱਖਿਆ ਦੀ ਇੱਕ ਦੂਜੀ ਸਭ ਤੋਂ ਮਹੱਤਵਪੂਰਨ ਜਿਹੜੀ ਇਹਦੀ ਵਿਸ਼ੇਸ਼ਤਾ ਹੈ, ਜਦੋਂ ਕਿ ਪਹੁੰਚ ਨਿਯੰਤਰਣ ਵਿੱਚ ਸੁਨਿਸ਼ਚਿਤ ਕਰਦਾ ਹੈ ਕਿ ਵੱਖ ਵੱਖ ਹਿੱਸਿਆਂ ਵਿੱਚ ਸਿਰਫ ਅਧਿਕਾਰਿਤ ਕਰਮਚਾਰੀਆਂ ਨੂੰ ਹੀ ਪਹੁੰਚ ਦੀ ਆਗਿਆ ਹੈ। ਕਈ ਇੱਦਾਂ ਦੇ ਆਫਿਸ ਹੁੰਦੇ ਜਿਹਦੇ ਵਿੱਚ ਕਿ ਸਿਰਫ ਨਿਰਧਾਰਿਤ ਵਿਅਕਤੀ ਹੀ ਜਾ ਸਕਦੇ ਹਨ। ਉਹਦੇ ਵਿੱਚ ਸਾਡੀ ਨਿਗਰਾਨੀ ਪ੍ਰਣਾਲੀ ਜਿਹੜੀ ਹੈ ਬਹੁਤ ਮਹੱਤਵਪੂਰਨ ਆਪਣੇ ਫਰਜ਼ ਨਿਭਾਉਂਦੀ ਹੈ, ਜਿਹਦੇ ਵਿੱਚ ਕਿ ਅਸੀਂ CCTV ਕੈਮਰੇ ਨੂੰ ਵੀ ਲੈ ਸਕਦੇ ਹਾਂ। CCTV ਕੈਮਰਾ ਜਿਹੜਾ ਵੱਖ ਵੱਖ ਸਥਿਤੀਆਂ ਵਿੱਚ ਸਾਰੇ ਸੰਸਾਰ ਵਿੱਚ ਅੱਜ ਕੱਲ੍ਹ ਵਰਤਿਆ ਜਾਂਦਾ ਹੈ। ਇਸ ਨੂੰ ਅਸੀਂ ਨਜ਼ਰਸਾਨੀ ਕਰਨ ਵਾਲੇ ਕੈਮਰੇ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਜਾਂ ਕਹਿ ਸਕਦੇ ਹਾਂ। ਜ਼ਿਆਦਾਤਰ ਸਥਾਨਾਂ, ਉਦਯੋਗਾਂ ਅਤੇ ਵਪਾਰਕ ਵਿੱਚ CCTV ਕੈਮਰੇ ਸਿਸਟਮ ਲਗਾਇਆ ਜਾਂਦਾ ਹੈ। ਅੱਜ ਕੱਲ੍ਹ ਤਾਂ ਲੋਕ ਘਰਾਂ ਵਿੱਚ ਵੀ ਲਗਾ ਰਹੇ, ਸਕੂਲਾਂ ਵਿੱਚ ਵੀ ਲੱਗੇ ਹੋਏ ਤੁਸੀਂ ਦੇਖਦੇ ਹੋ, ਅਤੇ ਜਿਹਦੇ ਨਾਲ ਕਿ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾ ਸਕੇ। ਹੁਣ
ਇਹਦੇ ਨਾਲ ਹੋਰ ਕੀ ਕਰ ਸਕਦੇ ਹਾਂ ਅਸੀਂ? ਇਹਦੇ ਨਾਲ ਕੀ ਅਸੀਂ ਤਬਦੀਸ਼ ਸਰੀਰ ਦੇ ਅੰਗਾਂ ਦੀ ਪਹਿਚਾਣ ਅਤੇ ਸਬੂਤ ਜਾਂ ਗਵਾਹੀ ਲਈ ਵੀ ਇਹਨੂੰ ਵਰਤਿਆ ਜਾਂਦਾ ਹੈ। ਠੀਕ ਹੈ। ਕੈਮਰੇ ਲਗਾਉਣ ਕਿੱਥੇ ਕਿੱਥੇ ਲਗਾ ਸਕਦੇ? ਜਿੱਥੇ ਉਤਪਾਦਨ ਆ ਉੱਥੇ ਲਗਾ ਸਕਦੇ ਹਾਂ, ਉਤਪਾਦਨ ਕਰਦੇ ਹਾਂ। ਕਿਸੀ ਫੈਕਟਰੀ ਕੰਪਨੀ ਵਿੱਚ, ਵਪਾਰਕ ਅਦਾਰੇ ਵਿੱਚ, ਦਫ਼ਤਰ ਵਿੱਚ, ਮਾਲ ਜਿਹੜੇ ਮੌਲਾਂ ਦੇ ਵਿੱਚ, ਹਸਪਤਾਲਾਂ 'ਚ, ਹਵਾਈ ਅੱਡਿਆਂ 'ਤੇ, ਰੇਲਵੇ ਸਟੇਸ਼ਨਾਂ, ਮਨੋਰੰਜਨ ਪਾਰਕਾਂ, ਹੋਟਲਾਂ, ਰੈਸਟੋਰੈਂਟਾਂ, ਮਤਲਬ ਕਿ ਕਿਤੇ ਵੀ ਤੁਸੀਂ ਜਿੱਥੇ ਤੁਹਾਨੂੰ ਕਿਸੇ ਵੀ ਚੀਜ਼ ਦਾ ਖਤਰਾ ਜਾਂ ਫਿਰ ਕੋਈ ਧੰਦਲੇਬਾਜ਼ੀ ਦੀ ਕੋਈ ਵੀ ਤੁਹਾਨੂੰ ਸ਼ਿਕਾਇਤ ਹੋਵੇ ਜਾਂ ਤੁਹਾਨੂੰ ਡਰ ਹੋਵੇ ਤਾਂ ਤੁਸੀਂ ਇਹਦੀ ਕੈਮਰੇ ਦੀ CCTV ਕੈਮਰੇ ਸਹਾਇਤਾ ਲੈ ਸਕਦੇ ਹਾਂ ਅਤੇ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾ ਸਕਦੇ ਹਾਂ। ਇਸ ਤੋਂ ਅੱਗੇ ਦੂਜੇ ਨੰਬਰ ਟੋਪਿਕ ਦੀ ਗੱਲ ਕਰੀਏ, ਸਮੱਗਰੀ ਗੇਟ ਅਤੇ ਗੱਡੀਆਂ ਦੇ ਸਟਿੱਕਰ, ਜਾਂ ਵੀ ਕਹਿੰਦੇ ਮਟੀਰੀਅਲ ਗੇਟ ਐਂਡ ਵਹੀਕਲ ਸਟਿੱਕਰਸ। ਅਤੇ ਜਿਹੜਾ ਸਮਾਨ ਵਾਲਾ ਗੇਟ ਆਮ ਤੌਰ 'ਤੇ ਉਹ ਇਮਾਰਤ ਵਿੱਚ ਲਗਾਏ ਹੋਏ ਮਿਲਦੇ ਨੇ ਜਿੱਥੇ ਕਿ ਕਾਫੀ ਮਾਤਰਾ ਵਿੱਚ ਜਿਹੜਾ ਸਮਾਨ ਆ ਜਾਂ ਗੱਡੀਆਂ ਦਾ ਅੰਦਰ ਬਾਹਰ ਆਉਣਾ ਜਾਣਾ ਰਹਿੰਦਾ ਹੈ। ਇਹਨਾਂ ਗੇਟਾਂ 'ਤੇ ਆਉਣ ਜਾਣ ਵਾਲੇ ਗੱਡੀਆਂ ਅਤੇ ਸਮਾਨ ਨੂੰ ਆਸਾਨੀ ਨਾਲ ਚੈੱਕ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਗੇਟਾਂ ਦੇ ਉੱਤੇ ਅਤੇ ਇਹਨਾਂ ਇਮਾਰਤਾਂ ਦੇ ਵਿੱਚ ਖਤਰੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਮਤਲਬ ਕੀ ਆ, ਗੱਡੀਆਂ ਦੀ ਤਲਾਸ਼ੀ ਲੈਂਦੇ ਰਹਿਣਾ ਅੱਜ ਕੱਲ੍ਹ ਜ਼ਰੂਰੀ ਹੋ ਗਿਆ ਹੈ, ਪਰ ਫਿਰ ਵੀ 100% ਤਾਂ ਹਰੇਕ ਬੰਦੇ ਜਾਂ ਗੱਡੀਆਂ ਦੀ ਤਲਾਸ਼ੀ ਨਹੀਂ ਲਿਆ ਜਾ ਸਕਦੀ। ਅਤੇ ਸਟੋਰਾਂ ਦੇ ਹੱਥ ਛਾਣਬੀਨ ਨਜ਼ਰਸਾਨੀ ਕੀਤੀ ਜਾਂਦੀ ਹੈ ਤਾਂ ਕਿ ਤਲਾਸ਼ੀ ਦਾ ਮਕਸਦ ਕੁਝ ਹੱਦ ਤੱਕ ਪੂਰਾ ਹੋ ਸਕੇ। ਹੁਣ ਸਮਾਨ ਵਾਲੇ ਗੇਟ ਵਿੱਚੋਂ ਅੰਦਰੋਂ ਜਾਣ ਅਤੇ ਬਾਹਰ ਜਾਣ ਵਾਲੇ ਸਮਾਨ ਵਿੱਚ ਚੋਰੀ ਨੂੰ ਰੋਕਣਾ ਇਹਦਾ ਮੇਨ ਮਕਸਦ ਹੈ। ਇਹ ਯਕੀਨੀ ਬਣਾਉਣਾ ਕਿ ਗੈਰ ਕਾਨੂੰਨੀ ਸਮਾਨ ਚੀਜ਼ਾਂ ਗੇਟ ਦੇ ਅੰਦਰ ਦਾਖਲ ਨਾ ਹੋਣ ਅਤੇ ਨਾ ਹੀ ਕੋਈ ਫਾਲਤੂ ਦਾ ਸਮਾਨ ਬਾਹਰ ਜਾ ਸਕੇ, ਜਾਂ ਕੋਈ ਇੱਦਾਂ ਦਾ ਦਸਤਾਵੇਜ਼ ਜਾਂ ਨਾਜ਼ੁਕ ਡਾਟਾ ਜਿਹਦੀ ਤੁਹਾਨੂੰ ਜ਼ਰੂਰਤ ਹੈ ਉਹਦੀ ਚੋਰੀ ਨਾ ਹੋ ਸਕੇ। ਇਹ ਜਿਹੜਾ ਗੇਟ ਹੈ ਇਹਦੀ ਜਿਹੜੀ ਸੁਰੱਖਿਆ ਹੈ ਇਹ ਕਿਸੇ ਉਦਯੋਗ ਜਾਂ ਕੰਪਨੀ ਅੰਦਰ ਆਉਣ ਜਾਣ ਵਾਲੀਆਂ ਗੱਡੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ। ਜੋ ਗੱਡੀਆਂ ਅੰਦਰ ਆ ਰਹੀਆਂ ਹਨ ਉਹਨਾਂ ਨੂੰ ਅੰਦਰ ਕੀ ਸਮਾਨ ਆਇਆ ਹੈ ਜਾਂ ਜੋ ਬਾਹਰ ਗਿਆ ਹੈ ਕੰਪਨੀ ਦੇ ਸਮਾਨ, ਉਹ ਆਰਡਰ ਦੇ ਉੱਤੇ ਹੀ ਗਿਆ ਜਾਂ ਵੈਸੇ ਹੀ ਚਲਾ ਗਿਆ ਹੈ। ਜਿਹੜੇ ਸਮਾਨ ਆਇਆ ਸੀ ਉਹਦਾ ਬਿੱਲ ਹੈ ਜਾਂ ਨਹੀਂ ਹੈ, ਜਿਹੜਾ ਵਿਅਕਤੀ ਲੈ ਕੇ ਆਇਆ ਬਿੱਲ ਦੇ ਹਿਸਾਬ ਨਾਲ ਸਮਾਨ ਲਿਆਇਆ ਕਿ ਨਹੀਂ ਲਿਆਇਆ, ਗੱਡੀਆਂ ਵਿੱਚ ਕਿੰਨੇ ਵਿਅਕਤੀ ਆਏ ਨੇ, ਇਹ ਜਿਹੜਾ ਸਾਰਾ ਡਾਟਾ ਹੈ ਇਹ ਜਿਹੜਾ ਹੈ ਇਹ ਮਟੀਰੀਅਲ ਗੇਟ ਦੇ ਉੱਤੇ ਨੋਟ ਕੀਤਾ ਜਾਂਦਾ ਹੈ, ਇੱਕ ਉਹਦੇ ਰਜਿਸਟਰ ਦੇ ਉੱਤੇ ਮੇਨਟੇਨ ਕੀਤਾ ਜਾਂਦਾ ਹੈ। ਅਤੇ ਇਹਦੇ ਵਿੱਚ ਕੀ ਆ, ਸਮਾਨ ਵਾਲੇ ਗੇਟ ਦੇ ਜਿਹੜੇ ਮੁੱਖ ਉਦੇਸ਼ ਕੀ ਆ ਕਿ ਜਿਹੜੇ ਕੋਈ ਵੀ ਅਧਿਕਾਰੀ ਦੇ ਵਿਅਕਤੀਆਂ ਦੇ ਦਾਖਲੇ ਉੱਥੇ ਹੋਣੇ ਚਾਹੀਦੇ ਹਨ ਅਤੇ ਅਣਜਾਣ ਵਿਅਕਤੀ ਨੂੰ ਅੰਦਰ ਨਹੀਂ ਆਉਣ ਦੇਣਾ। ਜਿਹੜੇ ਅਧਿਕਾਰਿਤ ਵਿਅਕਤੀ ਜਾਂ ਵਾਹਨ ਆ ਉਹੀ ਗੱਡੀਆਂ ਜਾਂ ਬੰਦੇ ਅੰਦਰ ਆ ਸਕਦੇ ਆ, ਦੂਜਿਆਂ ਨੂੰ ਅੰਦਰ ਨਹੀਂ ਆਉਣ ਦੇਣਾ, ਉਹਨਾਂ ਵਿੱਚ ਰੋਕਣ ਨੂੰ ਵੀ ਸਹਾਇਤਾ ਕਰਦਾ ਹੈ। ਗੇਟ ਅਪਰਾਧ ਨੂੰ ਰੋਕਣ ਵੀ ਸਹਾਈ ਹੈ, ਅਪਰਾਧ ਦਾ ਪਤਾ ਲਗਾਉਂਦਾ ਹੈ ਜਾਂ ਫਿਰ ਹੜਤਾਲ ਦੇ ਦੌਰਾਨ ਜਿਹੜੇ ਕਾਮਿਆਂ ਅਤੇ ਸੁਰੱਖਿਆ ਕਰਮੀਆਂ ਦੀ ਰੱਖਿਆ ਕਰਦਾ ਹੈ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੀ ਸਹਾਇਤਾ ਕਰਦਾ ਹੈ। ਅਤੇ ਗੇਟ ਜਿਹੜਾ ਹੋਣਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਗੇਟ ਦੇ ਬਾਹਰ ਪਾਰਕਿੰਗ ਦੀ ਜਗ੍ਹਾ ਹੋਣੀ ਚਾਹੀਦੀ, ਤੁਹਾਨੂੰ ਪਹਿਲਾਂ ਦੱਸਿਆ ਹੀ ਆ। ਸੜਕ ਦੇ ਉੱਤੇ ਬੈਰੀਅਰ ਹੋਣਾ ਚਾਹੀਦਾ ਹੈ, ਕੰਟਰੋਲ ਰੂਮ ਹੋਣਾ ਚਾਹੀਦਾ, ਗੇਟ ਉੱਤੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ, CCTV ਕੈਮਰੇ ਲੱਗੇ ਹੋਣੇ ਚਾਹੀਦੇ ਹਨ, UCIM ਯੰਤਰ ਹੋਣਾ ਚਾਹੀਦਾ ਹੈ ਜਿਹਨੂੰ ਕਹਿੰਦੇ ਨੇ ਅੰਡਰ ਚੈਚਿਸ ਇੰਸਪੈਕਸ਼ਨ ਮਿਰਰ, ਅਤੇ ਉਹ ਹੋਣਾ ਚਾਹੀਦਾ ਤਾਂ ਕਿ ਗੱਡੀ ਦੇ ਥੱਲੇ ਪਾਸੇ ਵੀ ਅਸੀਂ ਚੈੱਕ ਕਰ ਸਕੀਏ ਕੋਈ ਸਮਾਨ ਲੁਕੋ ਕੇ ਜਾਂ ਕੋਈ ਇਸ ਤਰ੍ਹਾਂ ਦਾ ਬਾਹਰ ਤਾਂ ਨਹੀਂ ਲੈ ਕੇ ਜਾ ਰਿਹਾ। ਇਸ ਤੋਂ ਗੱਲ ਕਰੀਏ ਦਸਤਾਵੇਜ਼ੀਕਰਨ ਦੀ ਤਾਂ ਡਾਕੂਮੈਂਟੇਸ਼ਨ, ਅਤੇ ਜਿਹੜਾ ਗੇਟ ਦੇ ਉੱਪਰ ਸਾਰੇ ਰਜਿਸਟਰ ਰੱਖੇ ਜਾਂਦੇ ਨੇ ਅਤੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਾਟਾ ਹੈ ਉਹ ਹਰੇਕ ਤਰ੍ਹਾਂ ਦਾ ਉਹਦੇ ਵਿੱਚ ਐਡ ਕੀਤਾ ਜਾਂਦਾ, ਮਹੱਤਵਪੂਰਨ ਡਾਟਾ ਉਹਦੇ ਵਿੱਚ ਰਜਿਸਟਰ ਕੀਤਾ ਜਾਂਦਾ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਰਜਿਸਟਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਦਰਸ਼ਕ ਰਜਿਸਟਰ ਹੁੰਦਾ ਹੈ ਕਿ ਜਿਹੜਾ ਬੰਦਾ ਬਾਹਰੋਂ ਆ ਰਿਹਾ, ਕਦੋਂ ਆਇਆ, ਕਿੱਥੇ ਜਾ ਰਿਹਾ, ਕੀ ਕਰਨਾ। ਗੱਡੀਆਂ ਦੇ ਅੰਦਰ ਜਾਣ ਵਾਲਾ ਰਜਿਸਟਰ, ਚਾਬੀਆਂ ਦੇ ਰਿਕਾਰਡ ਵਾਲਾ, ਅੰਦਰ ਬਾਹਰ ਜਾਣ ਵਾਲਾ, ਸਮਾਨ ਦੇ ਰਿਕਾਰਡ ਰੱਖਣ ਵਾਲਾ, ਕਰਮਚਾਰੀਆਂ ਦੇ ਬਾਹਰ ਜਾਣ ਵਾਲਾ, ਠੇਕੇ 'ਤੇ ਹੋਏ ਮਜ਼ਦੂਰਾਂ ਦੇ, ਮਤਲਬ ਅੱਗ ਬੁਝਾਊ, ਹਰੇਕ ਤਰ੍ਹਾਂ ਦੇ ਰਜਿਸਟਰ ਜਿਹੜੇ ਵੀ ਹੈ ਉਹ ਉੱਥੇ ਰੱਖੇ ਜਾਂਦੇ ਨੇ। ਉੱਤੇ ਹਰ ਚੀਜ਼ ਦੀ ਐਂਟਰੀ ਕੀਤੀ ਜਾਂਦੀ ਹੈ। ਗੱਡੀਆਂ ਅੱਗੇ ਆਈਏ, ਗੱਡੀਆਂ ਦੀ ਤਲਾਸ਼ੀ, ਅਤੇ ਜ਼ਿਆਦਾਤਰ ਅਦਾਰਿਆਂ ਵਿੱਚ ਜਿਵੇਂ ਮਾਲ ਉਦਯੋਗਿਕ ਖੇਤਰਾਂ ਦੇ ਵਿੱਚ ਆਉਣ ਜਾਣ ਵਾਲੀ ਟਰੈਫਿਕ ਬਹੁਤ ਜ਼ਿਆਦਾ ਹੁੰਦੀ, ਇਸ ਲਈ ਉੱਥੇ ਗੱਡੀਆਂ ਦੀ ਤਲਾਸ਼ੀ ਲੈਣਾ ਵੀ ਜ਼ਰੂਰੀ ਬਣ ਜਾਂਦਾ ਹੈ। ਜਿਵੇਂ ਕਿ ਕੋਈ ਗੈਰ ਕਾਨੂੰਨੀ ਵਸਤੂ ਜਾਂ ਹਥਿਆਰ ਖੇਜ ਸਮੱਗਰੀ ਅੰਦਰ ਨਾ ਲਿਜਾ ਸਕੇ,
ਇਸ ਕਰਕੇ ਲਈ ਗੱਡੀਆਂ ਦੀ ਤਲਾਸ਼ੀ ਲਈ ਜਾਂਦੀ ਹੈ। ਅੱਗੇ ਆ ਗਿਆ ਵਾਹਨ ਅਤੇ ਲੱਗਣ ਵਾਲੇ ਸਟਿੱਕਰ। ਅਤੇ ਕਈ ਗੱਡੀਆਂ ਜਿਹੜੀਆਂ ਹੁੰਦੀਆਂ ਰੈਗੂਲਰ ਅੰਦਰ ਬਾਹਰ ਹੁੰਦੀਆਂ ਜਾਂਦੀਆਂ, ਉਹਨਾਂ ਨੂੰ ਫਿਰ ਪਰਮਿਸ਼ਨ ਵਾਰ ਤਲਾਸ਼ੀ ਨਾ ਲੈਣੀ ਪਵੇ, ਇਸ ਕਰਕੇ ਲਈ ਉਹਨਾਂ 'ਤੇ ਸਟਿੱਕਰ ਜਾਂ ਬਾਰਕੋਡ ਜਾਂ QR ਕੋਡ ਲਗਾ ਦਿੱਤੇ ਜਾਂਦੇ ਨੇ, ਜਿਹਦੇ ਕਰਕੇ ਸਾਨੂੰ ਦੂਰੋਂ ਦੇਖਣ ਨਾਲ ਹੀ ਪਤਾ ਚੱਲ ਜਾਂਦਾ ਵੀ ਇਹ ਗੱਡੀ ਸਾਡੀ ਆਪਣੀ ਕੰਪਨੀ ਦੀ ਹੈ ਅਤੇ ਸਾਡੇ ਆਪਣੇ ਹੀ ਕੰਮ ਕਰ ਰਹੀ ਹੈ, ਜਿਸ ਨਾਲ ਵਾਰ ਤਲਾਸ਼ੀ ਨਹੀਂ ਲੈਣੀ ਪੈਂਦੀ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਇਸ ਤੋਂ ਅੱਗੇ ਚਲੀਏ ਅਸੀਂ ਤੀਜੇ ਪਾਰਟ ਦੇ ਉੱਤੇ ਸੰਗਠਨ ਦੀਆਂ ਕੁੰਜੀਆਂ, ਜਾਂ ਫਿਰ ਇਹਨੂੰ ਔਰਗਨਾਈਜੇਸ਼ਨਲ ਕੀ ਕਹਿ ਸਕਦੇ ਨੇ। ਕੁੰਜੀ ਪ੍ਰਬੰਧਨ ਜਿਹੜੀ ਸੁਰੱਖਿਆ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਅਤੇ ਸਮੁੱਚੇ ਸੁਰੱਖਿਆ ਪ੍ਰੋਗਰਾਮ ਨੂੰ ਲੋੜੀਂਦੇ ਨਿਯੰਤਰਣ ਅਤੇ ਇੱਕ ਠੋਸ ਨੀਂਹ ਪ੍ਰਦਾਨ ਕਰਨ ਵਿੱਚ ਸਹਾਇਕ ਹੁੰਦਾ ਹੈ। ਇਸ ਦੇ ਸਹੀ ਢੰਗ ਨਾਲ ਡਿਜ਼ਾਈਨ ਅਤੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਕੁੰਜੀ ਇੱਕ ਇਲੈਕਟ੍ਰੋਨਿਕ ਸਰੀਰਕ ਪਹੁੰਚ ਨਿਯੰਤਰਣ ਪ੍ਰਣਾਲੀ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕਰਦੀ ਹੈ ਅਤੇ ਇੱਕ ਕੰਪਨੀ ਦੀਆਂ ਸੁਰੱਖਿਆ ਨੀਤੀਆਂ ਅਤੇ ਪ੍ਰਤੀਕਿਰਿਆ ਦੇ ਆਧਾਰ 'ਤੇ ਪਹੁੰਚ ਪ੍ਰਦਾਨ ਕਰਦੀ ਹੈ। ਹੁਣ ਕੁੰਜੀਆਂ ਜਿਹੜੇ ਤਾਲਿਆਂ ਦੇ ਜਿਹੜੇ ਮੁੱਖ ਭਾਗ ਉਹਦੇ ਵਿੱਚ ਗੱਲ ਕਰੀਏ ਤਾਂ ਇਹ ਉਹ ਹੁੰਦੇ ਹਨ ਜਿਹੜੇ ਬਿਲਕੁਲ ਹੀ ਮਕੈਨਿਕ ਸਿਧਾਂਤਾਂ 'ਤੇ ਚੱਲਦੇ ਹਨ, ਜਿਹੜੇ ਮਕੈਨੀਕਲ ਸਿਧਾਂਤ 'ਤੇ ਚੱਲਦੇ ਹਨ। ਉਹ ਅਜਿਹੇ ਇੱਕ ਮਕੈਨੀਕਲ ਆਧਾਰ 'ਤੇ ਚੱਲਦੇ ਹਨ, ਜਿੱਦਾਂ ਕਿ ਦੇਸੀ ਲਈਏ ਆਪਾਂ, ਸਭ ਤੋਂ ਪਹਿਲਾਂ ਅਸੀਂ ਨੋਰਮਲ ਜਿਹੜੇ ਤਾਲੇ ਲਈਏ ਚਾਬੀ ਨਾਲ ਖੁੱਲ੍ਹਦੇ ਨੇ, ਉਹਨੂੰ ਅਸੀਂ ਮਕੈਨੀਕਲ ਤਾਲੇ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਵਜਿੰਦਾ ਉਹ ਜਿਹੜੇ ਇਲੈਕਟ੍ਰੋ ਮਕੈਨੀਕਲ ਹਨ ਅਤੇ ਮਕੈਨੀਕਲ ਕਾਰਜਾਂ ਨਾਲ ਬਿਜਲੀ ਨੂੰ ਜੋੜਦੇ ਹਨ, ਇਹ ਵੀ ਤਾਲੇ ਹੁੰਦੇ ਹਨ। ਇਲੈਕਟ੍ਰੋਨਿਕ ਲਾਕਸ, ਇਹ ਲਾਗ ਮੁੱਖ ਤੌਰ 'ਤੇ ਦੇਰੀ, ਨਿਰਾਸ਼ਾ ਜਾਂ ਚੋਰੀ ਜਾਣ ਅਧਿਕਾਰਿਤ ਪਹੁੰਚਣ ਨੂੰ ਰੋਕਣ ਲਈ ਵਰਤੇ ਜਾਂਦੇ ਹਨ। ਮਕੈਨੀਕਲ ਲਾਕ ਸਭ ਤੋਂ ਲੰਬੇ ਸਮੇਂ ਤੱਕ ਵਰਤਿਆ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਵਿਕਸਿਤ ਕੀਤਾ ਗਿਆ। ਜਦੋਂ ਤੁਹਾਨੂੰ ਪਹਿਲਾਂ ਦੱਸਿਆ ਮਕੈਨੀਕਲ ਲਾਕ ਸਭ ਤੋਂ ਪਹਿਲਾਂ ਉਹਦੀ ਖੋਜ ਹੋਈ ਸੀ, ਤਾਂ ਬਹੁਤ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਜਿਹੜੇ ਅੱਜ ਕੱਲ੍ਹ ਅਸੀਂ ਇਲੈਕਟ੍ਰੋਨਿਕ ਲੌਕਸ ਕਹਿੰਦੇ ਨੇ, ਇਹ ਤਾਂ ਹੁਣ ਨਵੇਂ ਆਏ ਨੇ ਅਤੇ ਇਹਨਾਂ ਦੀ ਜਿਹੜੀ ਟੈਕਨੀਕ ਹੈ ਇਹਦਾ ਨਵੇਂ ਸਿਸਟਮ ਦੇ ਨਾਲ ਸ਼ੁਰੂ ਹੁਣੀ ਕੀਤੀ ਗਈ ਹੈ। ਅਤੇ ਇਹਦੇ ਵਿੱਚ ਹੁਣ ਦੇਖਿਆ ਜਾਵੇ ਗਾਹਾਂ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਸਿਸਟਮ ਦੀ ਬਾਰੇ ਗੱਲ ਕਰੀਏ ਤਾਂ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਸਿਸਟਮ ਉਹ ਸਿਸਟਮ ਹੁੰਦਾ ਜਿਸ ਵਿੱਚ ਵਿਅਕਤੀਆਂ ਨੂੰ ਅੰਦਰ ਆਉਣ ਅਤੇ ਬਾਹਰ ਜਾਣ ਦੌਰਾਨ ਪਹਿਚਾਣ ਦੀ ਤਸਦੀਕ ਕਰਨ ਲਈ ਜੋ ਸਾਧਨ ਜਾਂ ਬਿਜਲੀ ਤਰੀਕੇ ਵਰਤੇ ਜਾਂਦੇ ਹਨ, ਉਸ ਨੂੰ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਸਿਸਟਮ ਕਹਿੰਦੇ ਹਨ। ਇਹਨਾਂ ਵਿੱਚ ਜਿਹੜੇ ਵਰਤੇ ਜਾਣ ਵਾਲੇ ਯੰਤਰ ਹਨ ਉਹ ਕਿਹੜੇ ਹਨ? ਪਹਿਚਾਣ ਪੱਤਰ, ਟੈਗਸ, ਟੱਚ ਕੀਪੈਡ, ਪ੍ਰੋਕਸੀਮਿਟੀ ਕਾਰਡ, ਬਾਇਓਮੈਟ੍ਰਿਕ ਪਹਿਚਾਣ, ਰੇਡੀਓ ਫ੍ਰੀਕੁਐਂਸੀ ਪਹਿਚਾਣ। ਮਤਲਬ ਕਿ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਸਿਸਟਮ ਉਹ ਹੁੰਦਾ ਜਿਹੜਾ ਮਤਲਬ ਇਨਸਾਨੀ ਅੰਗਾਂ ਦੀ ਪੁਸ਼ਟੀ ਕਰਕੇ ਤੁਹਾਨੂੰ ਅੰਦਰ ਤੁਹਾਡੀ ਪਹਿਚਾਣ ਕਰਕੇ ਪੁਸ਼ਟੀ ਕਰਕੇ ਤੁਹਾਡੀ ਪਹਿਚਾਣ ਕਰਦਾ ਅਤੇ ਤੁਹਾਨੂੰ ਅੰਦਰ ਜਾਣ ਵਾਸਤੇ ਜਾਂ ਕਿਸੇ ਚੀਜ਼ ਦੀ ਪਰਮਿਸ਼ਨ ਦਿੰਦਾ ਹੈ। ਇਸ ਤੋਂ ਅੱਗੇ ਆ ਗਿਆ ਪ੍ਰਵੇਸ਼ ਜਾਂ ਦਾਖਲਾ ਕਾਰਡ। ਉਹ ਯੰਤਰ ਹੈ ਜੋ ਕਿ ਇੱਕ ਚਾਬੀ ਵਾਂਗ ਕੰਮ ਕਰਦਾ ਹੈ। ਹੁਣ ਕਈ ਕਾਰਡ ਬਣਾਏ ਹੁੰਦੇ ਆ, ਉਹ ਇੱਕ ਚਾਬੀ ਵਾਂਗ ਕੰਮ ਕਰਦਾ ਹੈ ਕਿ ਕਈ ਕਾਰਡ ਰੀਡਰ ਮਸ਼ੀਨਾਂ ਲੱਗੀਆਂ ਹੁੰਦੀਆਂ, ਬੰਦਾ ਆਉਂਦਾ ਆ ਆਪਣਾ ਕਾਰਡ ਸਵਾਇਪ ਕਰਦਾ ਆ, ਜਿੱਦਾਂ ATM ਕਾਰਡ ਸਵਾਇਪ ਕਰੀਦਾ, ਅਤੇ ਉਹਦਾ ਜਿਹੜਾ ਸਾਰਾ ਡਾਟਾ ਉਹਦੇ ਵਿੱਚ ਪਹਿਲਾਂ ਹੀ ਭਰਿਆ ਹੁੰਦਾ। ਇਸ ਕਰਕੇ ਲਈ ਉਹਦੀ ਫੋਟੋ, ਨਾਮ, ਕਰਮਚਾਰੀ ਦਾ ਨੰਬਰ, ਵਿਭਾਗ ਦੀ ਸੁਰੱਖਿਆ ਸੰਬੰਧੀ ਅਧਿਕਾਰ ਜਿਹੜੇ ਸਾਰੇ ਦਰਜ ਹੁੰਦੇ ਨੇ। ਜਦੋਂ ਸਵਾਇਪ ਕਰਦਾ ਤਾਂ ਉਹਦਾ ਡਾਟਾ ਉੱਥੇ ਫੀਡ ਹੋ ਜਾਂਦਾ ਅਤੇ ਉਹਦੀ ਜਿਹੜੀ ਆ ਪ੍ਰਵੇਸ਼ ਜਿਹੜਾ ਦਾਖਲਾ ਉਹਦਾ ਉਹ ਸੰਭਵ ਹੋ ਜਾਂਦਾ ਹੈ ਅਤੇ ਉਹ ਅੰਦਰ ਜਾ ਸਕਦਾ ਹੈ। ਹੁਣ ਅਗਾਂਹ ਕਰੀਏ ਪ੍ਰਵੇਸ਼ ਕੰਟਰੋਲ ਸਿਸਟਮ ਦੀ ਗੱਲ ਕਰੀਏ ਅਤੇ ਇਹਦੇ ਵਿੱਚ ਵਰਤੇ ਜਾਣ ਵਾਲੇ ਕੁਝ ਜਬਰੀ ਘੁਸਪੈਠ ਨੂੰ ਰੋਕਣ ਵਿੱਚ ਕੰਟਰੋਲ ਸਿਸਟਮਾਂ ਬਾਰੇ ਜਾਣੀਏ ਤਾਂ ਜਿਹੜੇ ਸਭ ਤੋਂ ਪਹਿਲਾਂ ਸੀਗੇ ਉਹ ਤਾਲੇ ਹੀ ਸੀਗੇ। ਮਤਲਬ ਕਿ ਜਿਹੜੇ ਮੈਨੂਅਲ ਤਾਰੇ ਅਸੀਂ ਇਸਤੇਮਾਲ ਕਰਦੇ ਸੀ, ਸਭ ਤੋਂ ਪਹਿਲਾਂ ਆਮ ਤੌਰ 'ਤੇ ਵਰਤੇ ਜਾਣ ਵਾਲੇ ਜਿਹੜਾ ਜਬਰੀ ਘੁਸਪੈਠ ਵਿਰੋਧੀ ਸੀ ਉਹ ਸੀ ਤਾਲਾ, ਜੋ ਘਰੇਲੂ ਰਿਹਾਇਸ਼ੀ ਅਤੇ ਸੁਰੱਖਿਆ ਵਾਸਤੇ ਵਰਤਦੇ ਹੁੰਦੇ ਸਨ ਜਾਂ ਸਾਲਾਂ ਬੱਧੀ ਕੰਮ ਕਰਦੇ ਰਹਿੰਦੇ ਸਨ। ਅਤੇ ਲੀਵਰ ਵਾਲੇ ਤਾਲੇ, ਕੋਡ ਨਾਲ ਖੁੱਲ੍ਹਣ ਅਤੇ ਬੰਦ ਕੀਤੇ ਜਾਣ ਵਾਲੇ ਤਾਲੇ, ਸੰਪਰਕ ਤਾਲੇ, ਕਈ ਢੰਗਾਂ ਨਾਲ ਵਰਤੇ ਜਾਣ ਵਾਲੇ ਬਿਜਲੀ ਤਾਲੇ ਹੁਣ ਆਸਾਨੀ ਨਾਲ ਮਿਲ ਜਾਂਦੇ ਨੇ, ਜਿਨ੍ਹਾਂ ਕਰਕੇ ਸਾਨੂੰ ਸੁਰੱਖਿਆ ਸਾਡੀ ਹੈ ਉਹ ਕਾਇਮ ਰਹਿੰਦੀ ਹੈ। ਹੁਣ ਇਸ ਤੋਂ ਅੱਗੇ ਕਰੀਏ ਅਤੇ ਮਕੈਨੀਕਲ ਲੌਕਸ, ਜਿਹੜੇ ਕੁਝ ਮਕੈਨੀਕਲ ਲੌਕਸ ਦੀ ਗੱਲ ਕਰੀਏ ਤਾਂ ਕੁੰਜੀ ਲਾਕ ਸਭ ਤੋਂ ਆਮ ਮਕੈਨੀਕਲ ਲਾਕ ਹਨ। ਉਹਨਾਂ ਵਿੱਚ ਵਾਰਡ ਲੀਵਰ ਅਤੇ ਪਿੰਨ ਨਾਕ ਸ਼ਾਮਿਲ ਹਨ।
ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਹੱਥ ਨਾਲ ਦਸਤੀ ਤਾਲੇ ਚਾਬੀਆਂ ਨਾਲ ਖੁੱਲ੍ਹਣ ਵਾਲੇ ਨੇ ਉਹਨੂੰ ਅਸੀਂ ਮਕੈਨੀਕਲ ਲਾਕ ਕਹਿੰਦੇ ਹਾਂ। ਅਤੇ ਮਕੈਨੀਕਲ ਲਾਕ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ? ਵਾਰਡ ਲਾਕ ਹੁੰਦੇ ਆ, ਇੱਕ ਲੀਵਰ ਲਾਕ, ਇੱਕ ਪਿੰਨ ਟੰਬਰ ਲਾਕ, ਕੰਬੀਨੇਸ਼ਨ ਲਾਕ, ਇਲੈਕਟ੍ਰੋ ਮਕੈਨੀਕਲ ਲਾਕ, ਸਾਰੇ ਜਿਹੜੇ ਹੈਗੇ ਆ ਮਕੈਨੀਕਲ ਲਾਕਸ ਦੀਆਂ ਕਿਸਮਾਂ ਹੁੰਦੀਆਂ। ਅੱਗੇ ਆ ਗਏ ਇਲੈਕਟ੍ਰੋਨਿਕ ਲਾਕਸ। ਇਲੈਕਟ੍ਰੋਨਿਕ ਲਾਕਸ ਵਿੱਚ ਕੀ ਹੁੰਦਾ ਆ? ਇਹ ਇੱਕ ਸਿਸਟਮ ਲਾਕ ਦੇ ਖਾਸ ਕੋਡ ਦੇ ਨਾਲ ਪ੍ਰੋਗਰਾਮ ਕੀਤਾ ਹੋਇਆ ਹੁੰਦਾ। ਇਹ ਕਾਰਡ ਕੁੰਜੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਇੱਕ ਕਾਰਡ ਰੀਡਰ ਪੜ੍ਹਦਾ ਹੈ ਜਾਂ ਕਾਰਡ ਰੀਡਰ ਦੁਆਰਾ ਪੜ੍ਹਿਆ ਜਾਂਦਾ ਹੈ, ਜੋ ਕਿ ਐਕਸੈਸ ਕੰਟਰੋਲ ਲਈ ਇੱਕ ਸਵੈਚਾਲਿਤ ਕੇਂਦਰੀ ਜਾਂ ਸਥਾਨਿਕ ਪ੍ਰੋਸੈਸਰ ਨਾਲ ਸੰਚਾਰ ਕਰਦਾ ਹੈ। ਇੱਕ ਇਲੈਕਟ੍ਰੋਨਿਕ ਲਾਕ FPS ਦੇ ਅਨੁਸਾਰ ਉੱਚ ਸੁਰੱਖਿਆ ਵਾਲਾ ਲਾਕ ਮੰਨਿਆ ਜਾਂਦਾ ਹੈ। ਕਾਰਡ ਰੀਡਰ 5 ਤੋਂ 6 ਚੁੰਬਕੀ ਪੱਟੀਆਂ ਜਾਂ ਧੱਬਿਆਂ ਜਾਂ ਦੀਆਂ ਤਸਵੀਰਾਂ ਜਾਂ ਹੋਰ ਕਈ ਤਰੀਕਿਆਂ ਨੂੰ ਪੜ੍ਹ ਕੇ ਕਾਰਡ ਤੋਂ ਡਾਟਾ ਪ੍ਰਾਪਤ ਕਰਦਾ ਹੈ। ਮਤਲਬ ਤੁਹਾਡੇ ਕੋਲ ਕਾਰਡ ਹੁੰਦਾ, ਕਾਰਡ ਵਿੱਚ ਤੁਹਾਡਾ ਸਾਰਾ ਡਾਟਾ ਫੀਡ ਹੁੰਦਾ, ਅਤੇ ਇਲੈਕਟ੍ਰੋਨਿਕ ਲਾਕਸ ਜਿਹੜੇ ਉਹਦੇ ਨਾਲ ਕਾਰਡ ਦੇ ਥਰੂ ਖੁੱਲ੍ਹ ਜਾਂਦੇ ਨੇ। ਅੱਗੇ ਆਉਂਦਾ ਬਾਇਓਮੈਟਿਕ ਸਿਸਟਮ ਲਾਕ। ਬਾਇਓਮੈਟਿਕ ਸਿਸਟਮ ਦੇ ਵਿੱਚ ਕੀ ਆ ਕਿ ਇਹਦੇ ਵਿੱਚ ਸਾਡੇ ਫਿੰਗਰਪ੍ਰਿੰਟਸ, ਹੈਂਡ ਜਿਓਮੈਟਰੀ, ਜਿਹੜੇ ਹੱਥਾਂ ਦੇ ਜਿਹੜੇ ਫਿੰਗਰਪ੍ਰਿੰਟ ਉਹ ਆ, ਅੱਖਾਂ ਦੇ ਜਿਹੜੇ ਰੈਟੀਨਾ ਹੈ ਉਹਨੂੰ ਸਕੈਨ ਕਰਕੇ ਵਾਇਸ ਵੈਰੀਫਿਕੇਸ਼ਨ ਦੇ ਨਾਲ, ਆਵਾਜ਼ ਦੇ ਨਾਲ ਵੀ ਵੈਰੀਫਿਕੇਸ਼ਨ ਹੋ ਸਕਦੀ ਆ, ਹਸਤਾਖਰ ਦੀ ਗਤੀਸ਼ੀਲਤਾ। ਇਹਨਾਂ ਮਤਲਬ ਕੀਸਟ੍ਰੋਕ ਡਾਇਨਾਮੈਕਿਕ ਦੇ ਤੌਰ 'ਤੇ ਵੀ ਮਤਲਬ ਬਾਇਓਮੈਟਿਕ ਪ੍ਰਣਾਲੀ ਨੂੰ ਅਸੀਂ ਉੱਚ ਸੁਰੱਖਿਆ ਵਾਲੇ ਤਾਲੇ ਵੱਲੋਂ ਮੰਨਦੇ ਹਨ ਅਤੇ ਮੁੱਖ ਤੌਰ 'ਤੇ ਅਤੀ ਸੰਵੇਦਨਸ਼ੀਲ ਹੁੰਦੇ ਹਨ। ਇਹਨਾਂ ਨੂੰ ਅਸੀਂ ਉਸ ਖੇਤਰ ਵਿੱਚ ਇਹਨਾਂ ਦੀ ਅਸੀਂ ਵਰਤੋਂ ਉਸ ਖੇਤਰ ਵਿੱਚ ਕਰਦੇ ਹਾਂ ਜਿੱਥੇ ਸਕਾਰਾਤਮਕ ਨਿੱਜੀ ਪਛਾਣ ਕਾਰਜਸ਼ੀਲ ਜ਼ਰੂਰਤ ਹੁੰਦੀ ਹੈ। ਜਿੱਥੇ ਇਹਨਾਂ ਦੀ ਕੁੰਜੀਆਂ ਨੂੰ ਤਾਲਾ ਲਗਾਉਣ ਅਕਸਰ ਸਰੀਰਕ ਸੁਰੱਖਿਆ ਨਿਯੰਤਰਣ ਦੇ ਸੰਗਠਨਾਤਮਕ ਸੰਪਤੀਆਂ ਦਾ ਪਹਿਲਾਂ ਇੱਕੋ ਪੱਧਰ ਹੁੰਦਾ ਹੈ। ਠੀਕ ਹੈ, ਅਤੇ ਇਹ ਜਿਹੜੇ ਤਾਲੇ ਨੇ ਇਹ ਸਾਡੇ ਫਿੰਗਰਪ੍ਰਿੰਟਾਂ ਨਾਲ ਜਾਂ ਹੈੱਡ ਦੇ ਮਸਤਕ ਦੇ ਨਾਲ ਜਾਂ ਫਿਰ ਅੱਖਾਂ ਦੇ ਰਟੀਨੇ ਨੂੰ ਸਕੈਨ ਕਰਕੇ ਇਹਦੇ ਨਾਲ ਖੁੱਲ੍ਹ ਸਕਦੇ ਨੇ। ਅੱਗੇ ਗੱਲ ਕਰੀਏ ਅਸੀਂ ਬਿਜਲਈ ਚੁੰਬਕੀ ਕਾਰਡ ਰੀਡਰ ਦੀ ਜਾਂ ਇਲੈਕਟ੍ਰੋਨਿਕ ਕਾਰਡ ਰੀਡਰ। ਇਹ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ। ਕਾਰਡ ਦੇ ਉੱਤੇ ਇੱਕ ਡਾਟਾ ਹੁੰਦਾ ਹੈ, ਡਾਟਾ ਪੂਰਾ ਤੁਹਾਡਾ ਫੀਡ ਹੁੰਦਾ ਹੈ। ਜਿਹੜਾ ਕਾਰਡ ਰੀਡਰ ਉਹਨੂੰ ਡਾਟਾ ਪੜ੍ਹਦਾ ਹੈ ਅਤੇ ਤੁਹਾਨੂੰ ਉਹ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੰਦਾ ਜਾਂ ਫਿਰ ਉਹਦੇ ਨਾਲ ਤਾਲਾ ਖੁੱਲ੍ਹ ਜਾਂਦਾ ਹੈ। ਅਤੇ ਪਰ ਇਹਨਾਂ ਦੀ ਕਾਰਡਾਂ ਦੀ ਕੀ ਗੱਲ ਹੁੰਦੀ, ਇਹਨਾਂ ਦੀ ਔਸਤਨ ਜਿਹੜੀ ਹੁੰਦੀ ਮਿਆਦ ਹੁੰਦੀ ਹੈ ਉਹ 18 ਤੋਂ 30 ਮਹੀਨੇ ਤੱਕ ਹੀ ਹੁੰਦੀ ਹੈ। ਅੱਗੇ ਅਸੀਂ ਗੱਲ ਕਰੀਏ ਪ੍ਰਵੇਸ਼ ਕੰਟਰੋਲ ਸਿਸਟਮ ਤਾਂ ਅਸੀਂ ਪੜ੍ਹ ਹੀ ਲਿਆ ਪਹਿਲਾਂ, ਅਤੇ ਇਲੈਕਟ੍ਰੋਨਿਕ ਤਾਲੇ ਇਹ ਵੀ ਹੋ ਗਏ ਨੇ ਜਿਹੜੇ ਤੁਹਾਨੂੰ ਦੱਸੇ ਨੇ ਕਿ ਜਿਹੜੇ ਇਹ ਸਾਡੇ ਬਾਇਓਮੈਟਿਕ ਆ ਜਾਂਦੇ ਆ, ਕਾਰਡ ਰੀਡਰ ਆ ਜਾਂਦੇ, ਫਿੰਗਰਪ੍ਰਿੰਟਸ ਵਾਲੇ ਸਾਰੇ ਇਲੈਕਟ੍ਰੋਨਿਕ ਤਾਲਿਆਂ ਵਿੱਚ ਇਹਨਾਂ ਨੂੰ ਕਾਊਂਟ ਕੀਤਾ ਜਾਂਦਾ ਹੈ। ਇਸ ਤੋਂ ਅਗਾਂਹ ਅਸੀਂ ਚੱਲੀਏ ਤਾਂ ਲਾਸਟ ਜਿਹੜਾ ਸੈਸ਼ਨ ਆਉਂਦਾ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ। ਮਤਲਬ ਕਿ ਇਹ ਵੱਡੇ ਵੱਡੇ ਉਦਯੋਗਿਕ ਖੇਤਰਾਂ ਅਤੇ ਕਾਰਖਾਨਿਆਂ ਅਤੇ ਵਪਾਰਿਕ ਖੇਤਰਾਂ ਵਿੱਚ ਸਾਨੂੰ ਕਈ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਜਾਂਦਾ ਹੈ। ਭਾਵੇਂ ਕੋਈ ਵਿਅਕਤੀ ਜਾਂ ਇਹਨਾਂ ਹਾਦਸਿਆਂ ਨੂੰ ਜਾਣ ਬੁੱਝ ਕੇ ਅੰਜਾਮ ਦਿੰਦਾ ਜਾਂ ਕੁਦਰਤੀ ਤੌਰ 'ਤੇ ਇਹ ਹਾਦਸੇ ਵੀ ਹੋ ਜਾਂਦੇ ਹਨ। ਸਾਨੂੰ ਇਹਨਾਂ ਹਾਦਸਿਆਂ ਨੂੰ ਨਜਿੱਠਣ ਲਈ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਪਹਿਲਾਂ ਤੋਂ ਹੀ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਕਿ ਹਾਦਸਿਆਂ ਜਾਂ ਦੁਰਘਟਨਾਵਾਂ ਤੋਂ ਜਾਨੀ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ। ਪਹਿਲੀ ਗੱਲ ਐਮਰਜੈਂਸੀ ਹੁੰਦੀ ਕੀ ਹੈ? ਐਮਰਜੈਂਸੀ ਕੀ ਸਥਿਤੀ ਹੁੰਦੀ ਹੈ ਉਹ ਕਿ ਸਿਹਤ, ਜਾਨ, ਜਾਇਦਾਦ ਜਾਂ ਵਾਤਾਵਰਨ ਲਈ ਤੁਰੰਤ ਜੋਖਿਮ ਬਣਾਉਂਦੀ ਹੈ। ਜ਼ਿਆਦਾਤਰ ਐਮਰਜੈਂਸੀ ਨੂੰ ਸਥਿਤੀ ਦੇ ਵਿਗੜਨ ਤੋਂ ਰੋਕਣ ਲਈ ਤੁਰੰਤ ਦਖਲ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਕੁਝ ਸਥਿਤੀਆਂ ਵਿੱਚ ਘਟਾਓ ਸੰਭਵ ਨਹੀਂ ਹੋ ਸਕਦਾ ਅਤੇ ਏਜੰਸੀਆਂ ਸਿਰਫ ਇਸ ਤੋਂ ਬਾਅਦ ਦੀਆਂ ਬਿਮਾਰੀਆਂ ਦੀ ਸੰਭਾਲ ਕਰ ਸਕਦੀਆਂ ਹਨ। ਹੁਣ ਜਿਹੜਾ ਸਾਡਾ ਐਕਸ਼ਨ ਪਲਾਨ ਆ ਜਾਂ ਇਹਦਾ ਯੋਜਨਾ ਕੀ ਹੋਣੀ ਚਾਹੀਦੀ ਹੈ ਐਕਸ਼ਨ ਪਲਾਨ ਦੀ ਐਮਰਜੈਂਸੀ, ਉਹਦੇ ਵਿੱਚ ਕੀ ਆ ਆਪਣੀ ਟੀਮ ਨੂੰ ਆਪਣਾ ਇਕੱਠਾ ਕਰਨਾ ਚਾਹੀਦਾ ਹੈ। ਜੋਖਮ ਦਾ ਜਿਹੜਾ ਉਹਦਾ ਮੁਲਾਂਕਣ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਵਿੱਚ ਕੀ ਆ ਇੱਕ ਲਿਖਤੀ ਤੌਰ 'ਤੇ ਨੀਤੀ ਬਣਾਉਣੀ ਚਾਹੀਦੀ ਹੈ ਵੀ ਕਿਹੜੇ ਬੰਦੇ ਨੇ ਕੀ ਕੰਮ ਕਰਨਾ। ਇੱਕ ਸਾਈਡ 'ਤੇ ਜਾ ਕੇ ਐਮਰਜੈਂਸੀ ਪ੍ਰਤੀਕਿਰਿਆ ਟੀਮ ਵਿਕਾਸ ਦਾ ਕੰਮ ਕਰਨਾ ਚਾਹੀਦਾ। ਸਿਖਲਾਈ ਦੀ ਪੇਸ਼ਕਸ਼ ਕਰਦੇ ਰਹੋ, ਮਤਲਬ ਕਿ ਬੰਦਿਆਂ ਨੂੰ ਹਮੇਸ਼ਾ ਸਿਖਲਾਈ ਦਿੰਦੇ ਰਹਿਣਾ ਚਾਹੀਦਾ। ਆਪਣੀ ਐਮਰਜੈਂਸੀ ਐਕਸ਼ਨ ਪਲਾਨ ਦਾ ਅਭਿਆਸ ਦੀ ਸਮੀਖਿਆ ਕਰਦੇ ਰਹੋ। ਅੱਗੇ ਆ ਗਿਆ ਐਮਰਜੈਂਸੀ ਪ੍ਰਤੀਕਿਰਿਆ ਦੀ ਯੋਜਨਾ। ਐਮਰਜੈਂਸੀ ਪ੍ਰਤੀਕਿਰਿਆ ਦੀ ਜਿਹੜੀ ਯੋਜਨਾ ਹੈ ਇਸ ਲਈ ਜ਼ਰੂਰੀ ਹੈ ਕਿ ਦੁਰਘਟਨਾ ਨੂੰ ਨਜਿੱਠਣ ਲਈ ਐਮਰਜੈਂਸੀ ਪ੍ਰਤੀਕਿਰਿਆ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਐਮਰਜੈਂਸੀ ਪ੍ਰਤੀਕਿਰਿਆ ਜਿਹੜੀ ਯੋਜਨਾ ਬਣਾਉਣੀ ਹੈ ਉਹਦੀ ਕੀ ਅੱਗ ਜਿਹਦੇ ਵਿੱਚ ਕੀ ਆ ਹੋ ਸਕਦਾ ਕਿ ਅੱਗ ਲੱਗ ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ, ਅੱਗ ਦਾ ਲੱਗਣਾ, ਕਿਸੇ ਜ਼ਹਿਰੀਲੀ ਗੈਸ ਦਾ ਲੀਕ ਹੋਣਾ, ਉਦਯੋਗਿਕ ਘਟਨਾਵਾਂ, ਇਮਾਰਤ ਦਾ ਡਿੱਗਣਾ, ਲੋਕਾਂ ਵਿੱਚ ਆਪਸੀ ਲੜਾਈ ਝਗੜੇ, ਸਾਈਬਰ ਹਮਲੇ ਜਾਂ ਅੱਤਵਾਦੀਆਂ ਵੱਲੋਂ ਕੀਤੇ ਜਾਣ ਵਾਲੇ ਹਮਲੇ, ਮਸ਼ੀਨਰੀ ਨੂੰ ਅੱਗ ਲੱਗਣਾ, ਬੰਬ ਧਮਾਕੇ, ਸਾਰੇ ਜਿਹੜੇ ਨੇ ਇਸੇ ਵਿੱਚ ਹੀ ਆਉਂਦੇ ਨੇ। ਹੋਰ ਵੀ ਕਈ ਸਾਰੀਆਂ ਦੁਰਘਟਨਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਸਾਨੂੰ ਯੋਜਨਾ ਪਹਿਲਾਂ ਤੋਂ ਹੀ ਉਦਯੋਗ ਖੇਤਰ ਕਾਰਖਾਨਿਆਂ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਤਾਂ ਜੋ ਦੁਰਘਟਨਾ ਹੋਣ ਦੇ ਦੌਰਾਨ ਵਿੱਚ ਅਸੀਂ ਜਲਦੀ ਐਕਸ਼ਨ ਲੈ ਕੇ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਹੋਣ ਤੋਂ ਰੋਕ ਸਕੀਏ। ਅੱਗੇ ਆ ਗਈ ਤਿਆਰੀ। ਇਸ ਵਿੱਚ ਦੁਰਘਟਨਾ ਤੋਂ ਉਹੀ ਗੱਲ ਹੋ ਗਈ ਕਿ ਜਿਹੜੀ ਵੀ ਉਠਾਏ ਜਾਣ ਵਾਲੇ ਕਦਮ ਆ ਉਹਨਾਂ ਦੀ ਯੋਜਨਾ ਸ਼ਾਮਿਲ ਹੁੰਦੀ ਹੈ। ਤਿਆਰੀ ਦੀਆਂ ਯੋਜਨਾਵਾਂ ਕੋਈ ਦੁਰਘਟਨਾ ਨਾਲ ਨਿਪਟਾਉਣ ਲਈ ਕੀਤੇ ਜਾਣ ਵਾਲੇ ਅਭਿਆਸ ਜਾਂ ਸਿਖਲਾਈ ਅਤੇ ਸਾਵਧਾਨ ਕਰਨ ਵਾਲੇ ਪ੍ਰਬੰਧ ਸ਼ਾਮਿਲ ਹੁੰਦੇ ਹਨ। ਇਹਦੇ ਵਿੱਚ ਅਲਾਰਮ ਦੀ ਗੱਲ ਕਰੀਏ, ਅਲਾਰਮ ਇੱਕ ਉਹ ਚੀਜ਼ ਹੁੰਦੀ ਹੈ ਜਿਹੜੇ ਖਤਰੇ ਦੀ ਘੰਟੀ ਵੱਜਦੀ ਕਹਿੰਦੇ ਨੇ ਕਿ ਉੱਚੀ ਆਵਾਜ਼ ਵਾਲਾ ਇੱਕ ਯੰਤਰ ਹੁੰਦਾ ਹੈ। ਜਦੋਂ ਕੋਈ ਵੀ ਹਾਦਸਾ ਜਾਂ ਕੋਈ ਦੁਰਘਟਨਾ ਹੁੰਦੀ ਹੈ ਤਾਂ ਕਿ ਅਲਾਰਮ ਵਜਾ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਆਲੇ ਦੁਆਲੇ ਸਾਰੇ ਪਾਸੇ ਪਤਾ ਲੱਗ ਸਕੇ ਕਿ ਤਾਂ ਕਿ ਜਲਦੀ ਉਸ ਸਮੱਸਿਆ ਜਾਂ ਉਸ ਦੇ ਉੱਤੇ ਐਕਸ਼ਨ ਕਰਕੇ ਕਾਬੂ ਪਾਇਆ ਜਾ ਸਕੇ। ਅਤੇ ਸਾਨੂੰ ਇਸ ਦੇ ਤਰ੍ਹਾਂ ਦੀ ਹਾਲਤ ਵਿੱਚ ਪੁਲਿਸ ਨੂੰ ਅਤੇ ਐਂਬੂਲੈਂਸ ਨੂੰ ਵੀ ਫੋਨ ਕਰ ਦੇਣਾ ਚਾਹੀਦਾ ਹੈ। ਬਚਾਅ ਲੈ ਚੁੱਕੇ ਕਦਮ ਵਿੱਚ ਕੀ ਹੈ? ਬਚਾਅ ਸੰਬੰਧੀ ਕਦਮਾਂ ਵਿੱਚ ਇਹ ਸ਼ਾਮਿਲ ਹੈ ਕਿ ਦੁਰਘਟਨਾ ਦੇ ਸਿੱਟੇ ਵਜੋਂ ਪੈਦਾ ਹੋਈਆਂ ਸਮੱਸਿਆ ਨੂੰ ਘੱਟ ਤੋਂ ਘੱਟ ਕਰਵਾਉਣ ਲਈ ਕੀਤੀਆਂ ਜਿਹੜੀਆਂ ਕੋਸ਼ਿਸ਼ਾਂ ਵਿੱਚ ਜਿਹੜੀ ਤਲਾਸ਼ੀ, ਬਚਾਅ ਅਤੇ ਫੌਰੀ ਰਾਹਤ ਸ਼ਾਮਿਲ ਹੈ। ਬਚਾਅ ਦਾ ਤੁਹਾਨੂੰ ਪਤਾ ਹੀ ਹੈ, ਫੌਰੀ ਰਾਹਤ ਵੀ ਸ਼ਾਮਿਲ। ਤਲਾਸ਼ੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬੰਦੇ ਦੀ ਤਲਾਸ਼ੀ ਲੈਣੀ ਹੈ। ਤਲਾਸ਼ੀ ਦਾ ਮਤਲਬ ਇਹ ਹੈ ਕਿ ਜਿੱਥੇ ਵੀ ਕੋਈ ਅੱਗ ਲੱਗਦੀ ਹੈ, ਕੁਛ ਨਾ ਕੁਛ ਏਰੀਏ ਨੂੰ ਪਤਾ ਲੱਗਣਾ ਚਾਹੀਦਾ ਉੱਥੇ ਕੋਈ ਬੰਦਾ ਕੋਈ ਜਿੰਦਾ ਹੈ ਤਾਂ ਉਸ ਨੂੰ ਜਲਦੀ ਬਾਹਰ ਕੱਢਿਆ ਜਾਵੇ। ਦੁਰਘਟਨਾ ਦੇ ਸਮੇਂ ਜਾਂ ਫੌਰੀ ਕਦਮ ਉਠਾਏ ਜਿਹੜੇ ਜਾਂਦੇ ਨੇ ਉਸ ਦਾ ਉਦੇਸ਼ ਜਿਹੜਾ ਜ਼ਿੰਦਗੀ ਨੂੰ ਲੀਹ 'ਤੇ ਲਿਆਉਣ ਲਈ ਇੱਕਦਮ ਸਹਾਇਤਾ ਪ੍ਰਦਾਨ ਕਰਨਾ ਹੈ। ਸਿਹਤ ਵਿੱਚ ਸੁਧਾਰ ਅਤੇ ਦਵਾਈ ਤੋਂ ਪੀੜਤ ਲੋਕਾਂ ਦੇ ਹੌਸਲੇ ਨੂੰ ਬੁਲੰਦ ਰੱਖਣਾ ਸ਼ਾਮਿਲ ਹੈ। ਅਜਿਹੀ ਸਹਾਇਤਾ ਵਿਸ਼ੇਸ਼ ਪਰੰਤੂ ਸੀਮਿਤ ਹੋ ਸਕਦੀ ਹੈ। ਕਿੱਦਾਂ? ਜਿਵੇਂ ਕਿ ਸ਼ਰਨਾਰਥੀਆਂ ਨੂੰ ਲੈ ਕੇ ਆਉਣਾ, ਸਹਾਇਤਾ ਪ੍ਰਦਾਨ ਕਰਨਾ, ਉਹਨਾਂ ਦੇ ਸਿਰ 'ਤੇ ਅਸਥਾਈ ਛੱਤ, ਉਹਨਾਂ ਨੂੰ ਕਿਤੇ ਰਹਿਣ ਨੂੰ ਜਗ੍ਹਾ ਦੇ ਦੇਣੀ, ਕੈਂਪਾਂ ਜਾਂ ਹੋਰ ਸਥਾਨਾਂ ਨੂੰ ਉਹਨਾਂ ਬੰਦੋਬਸਤ ਕਰਨਾ, ਭੋਜਨ ਦਾ ਬੰਦੋਬਸਤ ਕਰਨਾ ਜਾਂ ਇਸ ਤਰ੍ਹਾਂ ਜਿਹੜੇ ਸਾਰੇ ਕੰਮ ਆ ਇਹ ਜਿਹੜੇ ਬਚਾਅ ਲਈ ਉਠਾਏ ਗਏ ਜਿਹੜੇ ਕਦਮਾਂ ਵਿੱਚ ਹੀ ਆਉਂਦੇ ਨੇ। ਅੱਗੇ ਗੱਲ ਕਰੀਏ ਐਮਰਜੈਂਸੀ ਦੌਰਾਨ ਧਿਆਨ ਕੀ ਰੱਖਣਾ ਚਾਹੀਦਾ? ਐਮਰਜੈਂਸੀ ਤੌਰ 'ਤੇ ਹਫੜਾ ਦਫੜੀ ਨਹੀਂ ਮਚਾਉਣੀ ਚਾਹੀਦੀ। ਜੇ ਕਰਮਚਾਰੀ ਦੁਰਘਟਨਾ ਸ਼ਿਕਾਰ ਹੋ ਗਿਆ ਤਾਂ ਉਹਨੂੰ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ। ਜਲਦੀ ਕੰਟਰੋਲ ਰੂਮ ਨੂੰ ਦੱਸਣਾ ਚਾਹੀਦਾ ਹੈ। ਜੇ ਕਿਸੇ ਉਦਯੋਗ ਖੇਤਰ ਵਿੱਚ ਅੱਗ ਲੱਗ ਜਾਂਦੀ ਤਾਂ ਵਿਅਕਤੀਆਂ ਅਤੇ ਜ਼ਰੂਰੀ ਸਮਾਨ ਨੂੰ ਬਾਹਰ ਕੱਢਣਾ ਚਾਹੀਦਾ ਅਤੇ ਅਗਰ ਕਿਤੇ ਗੈਸ ਲੀਕ ਹੋਈ ਤਾਂ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਵਿੱਚ ਲਾਸਟ ਵਿੱਚ ਅਸੀਂ ਗੱਲ ਕਰੀਏ ਸਮੱਗਰੀ ਦੇ ਦਾਖਲੇ ਦੀ। ਅਤੇ ਉਦਯੋਗਿਕ ਖੇਤਰਾਂ ਦੇ ਸਮੱਗਰੀ ਦਾਖਲੇ ਵਿੱਚ ਉਦਯੋਗ ਵਿੱਚ ਦਾਖਲ ਹੋਣ ਵਾਲੇ ਸਾਰੇ ਪੈਕੇਜ ਅਤੇ ਸਮੱਗਰੀ ਸੁਰੱਖਿਆ ਦੇ ਕਰਮਚਾਰੀਆਂ ਦੁਆਰਾ ਜਾਂਚ ਕਰਨੀ ਪੈਂਦੀ ਹੈ ਜੋ ਕਿ ਨੁਕਸਾਨਦੇਹ ਸਮੱਗਰੀ ਪਦਾਰਥਾਂ ਨੂੰ ਖੇਤਰ ਵਿੱਚ ਜਾਣ ਤੋਂ ਰੋਕਿਆ ਜਾ ਸਕੇ। ਭਾਰੀ ਸਮੱਗਰੀ ਨੂੰ ਵਿਜ਼ੂਅਲ ਅਤੇ ਸਰੀਰਕ ਜਾਂਚ ਦੁਆਰਾ ਚੈੱਕ ਕੀਤਾ ਜਾਂਦਾ ਹੈ ਅਤੇ ਛੋਟੇ ਪੈਕੇਜਾਂ ਨੂੰ ਐਕਸਰੇ ਮਸ਼ੀਨ ਮਤਲਬ ਭਾਰੀ ਚੀਜ਼ ਨੂੰ ਹੱਥਾਂ ਦੇ ਨਾਲ ਜਾਂ ਖੁਦ ਇੰਡੀਵਿਜੂਅਲ ਚੈੱਕ ਕੀਤਾ ਜਾਂਦਾ। ਛੋਟੇ ਸਮਾਨ ਨੂੰ ਐਕਸਰੇ ਮਸ਼ੀਨ ਨਾਲ ਚੈੱਕ ਕਰ ਸਕਦੇ ਹਾਂ। ਵਾਹਨ ਸਟਿੱਕਰ ਦੀ ਗੱਲ ਸਭ ਪਹਿਲਾਂ ਵੀ ਕੀਤੀ ਸੀ ਕਿ ਵਾਹਨਾਂ ਦੇ ਸਟਿੱਕਰ ਖਾਸ ਕਰਕੇ ਉਦਯੋਗ ਖੇਤਰ ਵਿੱਚ ਵਪਾਰਕ ਖੇਤਰ ਵਿੱਚ ਲਗਾਏ ਜਾਂਦੇ ਹਨ ਤਾਂ ਜੋ ਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਸਟਿੱਕਰ ਉਦਯੋਗਿਕ ਅਤੇ ਇਮਾਰਤਾਂ ਵਿੱਚ ਆਉਣ ਜਾਣ ਵਾਲੇ ਵਾਹਨਾਂ 'ਤੇ ਲਗਾਏ ਜਾਂਦੇ ਹਨ ਜੋ ਕਿ ਵਾਹਨਾਂ ਨੂੰ ਆਉਣ ਜਾਣ ਵਿੱਚ ਰੁਕਾਵਟ ਨਾ ਹੋਵੇ। ਵਾਹਨਾਂ 'ਤੇ ਸਟਿੱਕਰ ਲੱਗੇ ਹੋਣ ਕਰਕੇ ਗੇਟਾਂ 'ਤੇ ਐਂਟਰੀ ਕਰਾਉਣ ਦੀ ਲੋੜ ਨਹੀਂ ਪੈਂਦੀ ਅਤੇ ਇਸ ਨਾਲ ਕੀ ਹੁੰਦਾ ਹੈ, ਸਮੇਂ ਦੀ ਬੱਚਤ ਹੁੰਦੀ ਹੈ। ਜਿਹੜੇ ਸਟਿੱਕਰ ਉਹ ਕਿਹੜੇ ਹੁੰਦੇ ਨੇ? RFID, ਬਾਰਕੋਡ, QR ਇਸ ਤਰ੍ਹਾਂ ਦੇ ਨਾਂ ਦੇ ਜਿਹੜੇ ਸਟਿੱਕਰ ਹੈ ਉਹ ਲਗਾਏ ਜਾਂਦੇ ਨੇ। ਸੋ ਬੱਚਿਓ ਇਹ ਸੀ ਸਾਡੀ ਅੱਜ ਦੀ ਜਿਹੜੀ ਟੋਪਿਕ ਦੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਗਈ ਆ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਜਾਣਕਾਰੀ ਤੋਂ ਕੁਛ ਨਾ ਕੁਛ ਲਾਭ ਲੈ ਕੇ ਜਾਂ ਫਿਰ ਕਾਫੀ ਗੱਲਾਂ ਸਿੱਖੀਆਂ ਹੋਣਗੀਆਂ ਤੁਸੀਂ ਇਸ ਤੋਂ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਢਾਲ ਸਕਦੇ ਹੋ। ਅਤੇ ਤੁਸੀਂ ਇਸ ਵੀਡੀਓ ਦੇ ਜ਼ਰੀਏ ਇੱਕ ਨਵੇਂ ਤਰੀਕੇ ਨਾਲ ਪੜ੍ਹਾਈ ਦੀ ਸ਼ੁਰੂਆਤ ਕਰਕੇ ਇਸ ਟੋਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ। ਲਾਸਟ ਵਿੱਚ ਥੈਂਕ ਯੂ, ਧੰਨਵਾਦ, ਜੈ ਹਿੰਦ।